ਅਗਲੇ ਬੁਲਾਏ ਹਨ ਜੀ ਡਾਕਟਰ ਚਰਨਜੀਤ ਕੌਰ ਢਿੱਲੋਂ ਜੀ। ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਲਓ ਡਾਕਟਰ ਸਾਹਿਬਾਂ, ਤੇ ਤੁਸੀਂ ਜਫਰਨਾਮੇ ਵਾਲੇ ਆਪਣੇ ਵਿਚਾਰ ਪੇਸ਼ ਕਰੋ ਡਾਕਟਰ ਚਰਨਜੀਤ ਕੌਰ ਢਿੱਲੋਂ ਜੀ। ਜਗਤ ਪੰਜਾਬੀ ਸਭਾ ਦੇ ਸਾਰੇ ਹੀ ਸਰੋਤੇ ਔਰ ਸਾਰੇ ਹੀ ਮੈਂਬਰ ਸਾਹਿਬਾਨ ਜੋ ਇਸ ਵੈਬੀਨਾਰ ਨਾਲ ਜੁੜੇ ਹੋਏ ਹਨ, ਸਭ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਨੂੰ ਅੱਜ ਜੋ ਟੌਪਿਕ ਮਿਲਿਆ ਹੈ ਉਹ ਹੈ ਜ਼ਫਰਨਾਮਾ, ਤੇ ਜ਼ਫਰਨਾਮਾ ਦੇ ਉੱਤੇ ਤਾਂ ਬਹੁਤ ਹੀ ਵਿਸਥਾਰਿਤ ਜਿਹੜੀ ਹੈਗੀ ਹੈ ਜਾਣਕਾਰੀ ਡਾਕਟਰ ਮਨਿੰਦਰਜੀਤ ਜੀ ਨੇ ਦਿੱਤੀ। ਮੈਂ ਇਸ ਦੇ ਉੱਤੇ ਜਿਹੜੀ ਥੋੜੀ ਜਿਹੀ ਚਾਨਣਾ ਪਾਵਾਂਗੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜ਼ਫਰਨਾਮਾ ਔਰੰਗਜ਼ੇਬ ਵੱਲ ਲਿਖ ਕੇ ਭੇਜਿਆ ਸੀ, ਉਸ ਦਾ ਅਸਰ ਔਰੰਗਜ਼ੇਬ ਤੇ ਕੀ ਹੋਇਆ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਇਹ ਮਹਾਨ ਫਾਰਸੀ ਰਚਨਾ ਜ਼ਫਰਨਾਮਾ, ਫਾਰਸੀ ਦੇ ਦੋ ਸ਼ਬਦਾਂ ਜ਼ਫਰ ਅਤੇ ਨਾਮਾ ਦਾ ਸੁਮੇਲ ਹੈ। ਜ਼ਫਰ ਦਾ ਅਰਥ ਹੈ ਜਿੱਤ ਜਾਂ ਕਾਮਯਾਬੀ, ਅਤੇ ਨਾਮਾ ਦਾ ਅਰਥ ਹੈ ਲਿਖਤ ਜਾਂ ਚਿੱਠੀ ਪੱਤਰ ਆਦਿ। ਇੱਕ ਅਜਿਹੀ ਚਿੱਠੀ ਜਿਸਨੇ ਮੁਗਲ ਸਲਤਨਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮਾਛੀਵਾੜੇ ਦੇ ਜੰਗਲਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੀਨਾ ਪੁੱਜੇ, ਉੱਥੇ ਉਹਨਾਂ ਨੇ ਔਰੰਗਜ਼ੇਬ ਨੂੰ ਦਸੰਬਰ 1705 ਈਸਵੀ ਵਿੱਚ ਆਪਣੀ ਫਤਿਹ ਦਾ ਪੱਤਰ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੇ ਹੱਥ ਭੇਜਿਆ। ਇਸ ਜ਼ਫਰਨਾਮੇ ਦੇ 2 ਭਾਗ ਹਨ ਅਤੇ ਕੁੱਲ 111 ਛੰਦ। ਇਸ ਦੇ ਪਹਿਲੇ ਭਾਗ ਦੇ 12 ਛੰਦਾਂ ਵਿੱਚ ਪ੍ਰਮਾਤਮਾ ਦਾ ਗੁਣਗਾਨ ਕੀਤਾ ਗਿਆ ਹੈ, ਅਤੇ ਦੂਜੇ ਭਾਗ ਦੇ 99 ਛੰਦਾਂ ਵਿੱਚ ਔਰੰਗਜ਼ੇਬ ਦੇ ਅਯੋਗ ਕੰਮਾਂ ਅਤੇ ਅਨਿਆਂ ਦਾ ਜ਼ਿਕਰ ਕੀਤਾ ਗਿਆ ਹੈ। ਔਰੰਗਜ਼ੇਬ ਦੇ ਰਾਜ ਵਿੱਚ ਸਿੱਖਾਂ ਉੱਪਰ ਕੀਤੇ ਗਏ ਅਤਿਆਚਾਰ ਅਤੇ ਉਸਦੇ ਮੈਡਮ ਤੁਸੀਂ ਮਿਊਟ ਹੋ ਗਏ ਹੋ, ਦੁਬਾਰਾ ਅਨਮਿਊਟ ਕਰੋ ਆਪਣੇ ਆਪ ਨੂੰ। ਠੀਕ ਆ। ਜਦੋਂ ਇਹ ਜ਼ਫਰਨਾਮਾ ਔਰੰਗਜ਼ੇਬ ਨੂੰ ਉਸਦੀ ਬੇਟੀ ਮਹਿਰੁਨਿਸਾ ਨੇ ਪੜ੍ਹ ਕੇ ਸੁਣਾਇਆ ਤਾਂ ਔਰੰਗਜ਼ੇਬ ਉੱਠ ਨਹੀਂ ਸਕਿਆ। ਉਸ ਰਾਤ ਜੋ ਔਰੰਗਜ਼ੇਬ ਨਾਲ ਬੀਤਿਆ ਉਹ ਲੇਖਕਕਾਰਾਂ ਨੇ ਦੁਆਰਾ ਕੁਝ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ। ਕਦੇ ਹਨੇਰੀ ਝੱਖੜ, ਕਦੇ ਬੱਦਲਾਂ ਦੀ ਗੜਗੜ, ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ। ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿੱਚ ਖੌਰੂ ਪਾ ਰਹੀ ਸੀ। ਸਰੀਰ ਤਰੇਲੀ ਹੋਈ ਜਾ ਰਿਹਾ ਸੀ। ਪਾਣੀ ਦੀਆਂ ਸੁਰਾਈਆਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਸਨ। ਮਖਮਲੀ ਸੇਜ ਵੀ ਉਸਨੂੰ ਕੱਢਿਆ ਤੋਂ ਬਦਤਰ ਲੱਗ ਰਹੀ ਸੀ। ਨੀਂਦ ਉਸਦੀਆਂ ਅੱਖਾਂ ਤੋਂ ਕੋਸੋਂ ਦੂਰ ਸੀ। ਪਾਗਲਾਂ ਤੇ ਵਹਿਸ਼ੀਆਂ ਵਾਂਗ ਸਿਰ ਮਾਰਦੇ ਬਾਦਸ਼ਾਹ ਦਾ ਹਾਲ ਉਸ ਰਾਤ ਟਪਰੀ ਵਾਸਾਂ ਤੋਂ ਵੀ ਭੈੜਾ ਹੋ ਗਿਆ ਸੀ। ਜ਼ਫਰਨਾਮੇ ਦੀ ਇੱਕ ਇੱਕ ਸਤਰ ਉਸਨੂੰ ਪਰੇਸ਼ਾਨ ਅਤੇ ਬਹਾਲੋ ਬੇਹਾਲ ਕਰ ਰਹੀ ਸੀ। ਕਾਫਿਰ, ਦਗਾ ਫਰੋਜ਼ ਵਰਗੇ ਸ਼ਬਦ ਉਸਦੀ ਰੂਹ ਨੂੰ ਅੰਦਰੋਂ ਹਲੂਣ ਰਹੇ ਸੀ। ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਛੋਟੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀਆਂ ਤਸਵੀਰਾਂ ਉਸਦੇ ਸਾਹਮਣੇ ਰੂਪਮਾਨ ਹੋ ਰਹੀਆਂ ਸਨ। ਚਾਂਦਨੀ ਚੌਂਕ ਦੇ ਸਾਹਮਣੇ ਚੌਂਕੜਾ ਲਾਈ ਬੈਠੇ ਗੁਰੂ ਤੇਗ ਬਹਾਦਰ ਜੀ ਉਸ ਤੇ ਜਿਵੇਂ ਜ਼ੋਰ ਜ਼ੋਰ ਦੀ ਹੱਸਦੇ ਕਹਿ ਰਹੇ ਹੋਣ, ਔਰੰਗਜ਼ੇਬ ਦੇਖ, ਤੈਨੂੰ ਕਿਹਾ ਸੀ ਨਾ ਤੇਰੀ ਰੂਹ ਤੋਂ ਪਾਪਾ ਦਾ ਪਾਰ ਚੁੱਕ ਨਹੀਂ ਹੋਣਾ। ਦੱਸ ਭਲਾ ਅੱਜ ਕੌਣ ਹਾਰਿਆ? ਤੂੰ ਜਿੱਤਾਂ ਜਿੱਤ ਕੇ ਵੀ ਲਗਾਤਾਰ ਹਾਰਦਾ ਆ ਰਿਹਾ ਹੈ। ਔਰੰਗਜ਼ੇਬ ਨੇ ਗੁਰੂ ਦੇ ਸਾਏ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਹੱਥ ਪੱਲੇ ਕੁਝ ਵੀ ਨਾ ਪਿਆ ਅਤੇ ਉਹ ਸਿੱਧਾ ਸਪਾਟ ਮੱਥਾ ਫਰਸ਼ ਤੇ ਡਿੱਗ ਪਿਆ। ਮੱਥੇ ਤੇ ਹੱਥ ਮਾਰਦਾ ਡਿੱਗਦਾ ਟਹਿੰਦਾ ਸ਼ੀਸ਼ੇ ਮੂਹਰੇ ਆ ਪਹੁੰਚਿਆ। ਆਪਣੇ ਆਪ ਨੂੰ ਸ਼ੀਸ਼ੇ ਵਿੱਚ ਤੱਕ ਕੇ ਉਹ ਤ੍ਰਿਭਕ ਗਿਆ। ਉਸਨੂੰ ਆਪਣੇ ਕਾਤਲ, ਸ਼ਿਕਾਰੀ, ਰੱਬ ਦੇ ਘਰ ਦਾ ਦੁਸ਼ਮਣ ਤੇ ਜ਼ਾਲਮਾਂ ਦੇ ਹਿਮਾਇਤੀ ਹੋਣ ਦਾ ਭਿਆਨਕ ਅਕਸ ਦਿਖਾਈ ਦਿੱਤਾ। ਉਹ ਸ਼ੀਸ਼ੇ ਵੱਲੋਂ ਮੂੰਹ ਮੋੜ ਕੇ ਸੇਜ ਵੱਲ ਦੌੜਿਆ। ਉਸਨੂੰ ਲੱਗਾ ਜਿਵੇਂ ਕੋਈ ਉਸਦੀ ਰੂਹ ਨੂੰ ਚੀਰ ਰਿਹਾ ਹੋਵੇ। ਉਹ ਜ਼ੋਰ ਜ਼ੋਰ ਦੀ ਰੋਣ ਲੱਗਾ। ਭਾਈ ਮਤੀ ਦਾਸ ਦੇ ਸਿਰ ਤੇ ਚੱਲਦਾ ਆਰਾ ਉਸਨੂੰ ਪ੍ਰਤੱਖ ਦਿਸਣ ਲੱਗਾ। ਮਤੀ ਦਾਸ ਦਾ ਡਿੱਗਦਾ ਦੋਫਾੜ ਸਰੀਰ ਉਹਨੇ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਖਾਲੀ ਬਾਹਾਂ ਮਾਰਨ ਤੋਂ ਸਿਵਾ ਉਸਦੇ ਪੱਲੇ ਕੁਝ ਵੀ ਨਾ ਪਿਆ। ਥੱਕ ਹਾਰ ਕੇ ਉਸਨੇ ਮਤੀ ਦਾਸ ਦੇ ਚਰਨਾਂ ਵਿੱਚ ਡਹਿ ਕੇ ਆਪਣੀ ਭੁੱਲਾਂ ਬਖਸ਼ਣ ਦੀ ਅਰਜ਼ ਕੀਤੀ ਅਤੇ ਆਪਣੇ ਮੱਥੇ ਤੇ ਹੱਥ ਮਾਰਨ ਲੱਗਾ ਤਾਂ ਕਮੋੜਿਆਂ ਤੋਂ ਇਲਾਵਾ ਕੁਝ ਵੀ ਨਸੀਬ ਨਾ ਹੋਇਆ। ਉਸਦੇ ਮੱਥੇ ਤੇ ਪੈ ਕਮੋੜੇ ਉਸਦੇ ਹੱਥਾਂ ਨੂੰ ਮਹਿਸੂਸ ਹੋ ਰਹੇ ਸਨ। ਉਹ ਦੌੜ ਕੇ ਆਪਣੇ ਮੰਜੇ ਤੇ ਜਾ ਲੇਟਿਆ, ਰਜਾਈ ਵਿੱਚ ਸਿਰ ਜਾ ਤੁੰਨਿਆ, ਪਰ ਉਬੜ ਵਾਹੇ ਫੇਰ ਉੱਠ ਕੇ ਬਹਿ ਗਿਆ।
ਜਿਸਮ ਤੇ ਲਪੇਟੀ ਰਜਾਈ ਉਸ ਨੂੰ ਅੱਗ ਵਰਗੀ ਜਾਪੀ। ਸੱਚਮੁੱਚ ਰਜਾਈ ਤੋਂ ਲਪਟਾਂ ਲਿਕ ਰਹੀਆਂ ਸਨ, ਬਿਲਕੁਲ ਉਵੇਂ ਹੀ ਜਿਵੇਂ ਮਤੀ ਦਾਸ ਦੁਆਲੇ ਰੂਹ ਵਿੱਚੋਂ ਨਿਕਲ ਰਹੀਆਂ ਸਨ। ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਭੱਜ ਕੇ ਜਾਵੇ ਵੀ ਕਿੱਥੇ। ਅਖੀਰ ਉਹ ਬਾਦਸ਼ਾਹ ਸੀ। ਉਹ ਮੁਇਨੁਦੀਨ ਤੋਂ ਬੜੇ ਫਖਰ ਨਾਲ ਔਰੰਗਜ਼ੇਬ ਬਣਿਆ ਸੀ, ਜਿਸ ਦਾ ਮਤਲਬ ਹੈ ਤਖਤ ਦੀ ਸ਼ਾਨ। ਉਹ ਆਲਮਗੀਰ ਸੀ, ਜਿਸ ਦਾ ਮਤਲਬ ਸੀ ਕੁੱਲ ਦੁਨੀਆ ਦਾ ਵਾਲੀ। ਉਹ ਅੱਜ ਦੁਨੀਆ ਨੂੰ ਪਿੱਠ ਕਿਵੇਂ ਦਿਖਾ ਸਕਦਾ ਹੈ? ਉਸਨੇ ਸੋਚਿਆ ਕਿ ਉਹ ਅੰਦਰੋਂ ਅੰਦਰ ਸਾਰੇ ਮਾਮਲੇ ਨਿਮੇੜ ਲਵੇਗਾ ਤੇ ਮੁਆਫੀ ਮੰਗ ਕੇ ਸੁਰਖਰੂ ਹੋ ਜਾਵੇਗਾ। ਖਾਲੀ ਇੱਕ ਰਾਤ ਦੀ ਤਾਂ ਗੱਲ ਸੀ। ਉਹ ਭੱਜ ਕੇ ਮਤੀ ਦਾਸ ਦੇ ਨੇੜੇ ਪਹੁੰਚਾ ਅਤੇ ਹੱਥ ਮਾਰ ਕੇ ਅੱਗ ਦੀਆਂ ਲਪੇਟਾਂ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਹੱਥ ਜਿਵੇਂ ਖਾਲੀ ਹਵਾ ਵਿੱਚ ਹੀ ਸ਼ੂਕ ਰਹੇ ਸਨ। ਹੁਣ ਉਹ ਰੋਣ ਹੱਕਾ ਹੋ ਗਿਆ। ਉਸਨੇ ਉੱਚੀ ਆਵਾਜ਼ ਵਿੱਚ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਨਿਕਲੀਆਂ ਚੀਕਾਂ ਉਸਦੇ ਗਲੇ ਵਿੱਚ ਹੀ ਅਟਕ ਕੇ ਰਹਿ ਗਈਆਂ। ਉਹ ਮਾਰਦਾ ਵੀ ਕਿਵੇਂ? ਅਖੀਰ ਉਹ ਬਾਦਸ਼ਾਹ ਸੀ। ਉਹ ਪਾਣੀ ਦੀ ਸੁਰਾਹੀ ਵੱਲ ਦੌੜਿਆ। ਪਾਣੀ ਦਾ ਭਰਵਾਂ ਗਲਾਸ ਉਸਨੇ ਆਪਣੇ ਅੰਦਰ ਵਗਾ ਮਾਰਿਆ। ਪਾਣੀ ਨੇ ਠੰਡ ਦੀ ਬਜਾਏ ਉਸਦੇ ਅੰਦਰ ਉਬਾਲੇ ਛੇੜ ਦਿੱਤੇ। ਉਸਨੂੰ ਦੇਗ ਵਿੱਚ ਉਬਲਦਾ ਭਾਈ ਦਿਆਲਾ ਯਾਦ ਆਇਆ। ਉਹ ਲੇਟਣ ਲੱਗਾ। ਉਹਦੀਆਂ ਅੱਖਾਂ ਅੱਗੇ ਭਾਈ ਦਿਆਲਾ ਦੀ ਸ਼ਾਂਤ ਮੂਰਤ ਦੇਗ ਵਿੱਚ ਚੌਂਕੜਾ ਮਾਰ ਕੇ ਬੈਠਾ, ਨਾਮ ਰੰਗ ਵਿੱਚ ਰੰਗੀਆਂ ਉਸਨੂੰ ਹਲੂਣ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ, ਦੇਖ ਔਰੰਗਜ਼ੇਬ, ਤੇਰੇ ਅੰਦਰ ਠੰਡੇ ਪਾਣੀ ਦਾ ਗਿਲਾਸ ਵੀ ਨਹੀਂ ਸਮਾ ਰਿਹਾ ਤੇ ਇਧਰ ਗੁਰੂ ਦੀ ਕਿਰਪਾ ਨਾਲ ਉਬਲਦੀ ਦੇਗ ਵੀ ਠੰਡਕ ਦੇ ਰਹੀ ਹੈ। ਉਹ ਲੇਟਦਾ ਹੋਇਆ ਅਚਾਨਕ ਸਿਰ ਮਾਰਦਾ ਉੱਠ ਖੜੋਤਾ। ਉਸਦੀ ਨਿਗਾਹ ਸਾਹਮਣੇ ਪਈ ਦੇਗ ਤੇ ਜਾ ਪਈ। ਉਹ ਦੇਗ ਵੱਲ ਵਧਿਆ। ਉਸਨੂੰ ਖਿਆਲ ਆਇਆ ਕਿ ਇਸ ਕੁਲੈਣੀ ਰਾਤ ਦਾ ਮੁਕਾਬਲਾ ਕਰਨ ਦੀ ਬਜਾਏ ਤਾਂ ਮਰ ਜਾਣਾ ਹੀ ਬਿਹਤਰ ਹੈ। ਉਸਨੇ ਤਲਵਾਰ ਮਿਆਨ ਵਿੱਚੋਂ ਕੱਢੀ, ਗਰਦਨ ਤੇ ਰੱਖੀ। ਫਿਰ ਉਸਨੂੰ ਖਿਆਲ ਆਇਆ, ਹੱਥੀਂ ਮੌਤ ਸਹੇੜਨੀ ਕੁਫਰ ਹੈ, ਪਾਪ ਹੈ, ਨਿਰੀ ਕਾਇਰਤਾ ਹੈ। ਮੈਂ ਹਾਲਾਤ ਦਾ ਮੁਕਾਬਲਾ ਕਰਾਂਗਾ, ਭੁੱਲਾਂ ਬਖਸ਼ਾਵਾਂਗਾ, ਗੁਰੂ ਦੇ ਪੈਰ ਪਵਾਂਗਾ, ਦੋਜ਼ਖ ਦੀ ਸਜ਼ਾ ਤੋਂ ਬਚਾਂਗਾ। ਵਜੂਦ ਦੇ ਨਿਰੰਦਰ ਕਾਬੇ ਨੇ ਉਸਦੀਆਂ ਅੱਖਾਂ ਬੰਦ ਕਰ ਦਿੱਤੀਆਂ। ਉਸਨੂੰ ਗੁਰੂ ਤੇਗ ਬਹਾਦਰ ਦਾ ਇੱਕੋ ਝਟਕੇ ਨਾਲ ਸਰੀਰ ਅਲੱਗ ਹੁੰਦਾ ਦਿਖਾਈ ਦਿੱਤਾ। ਸਰੀਰ ਦੇ ਦੋ ਹਿੱਸੇ, ਦੋਨੋਂ ਬਿਲਕੁਲ ਸ਼ਾਂਤ। ਤੇਗ ਚੱਲਦੇ ਵਕਤ ਹੋਈ ਹਿਲ ਨਾ ਕੋਈ ਜੁਲ, ਇੱਕ ਅਸਹਿ, ਇੱਕ ਸ਼ਾਂਤੀ ਉਸਨੂੰ ਆਪਣੇ ਅੰਦਰ ਮਹਿਸੂਸ ਹੋਈ। ਉਸਨੇ ਆਪਣੇ ਆਪ ਨੂੰ ਲਾਨਤ ਪਾਈ ਅਤੇ ਆਪਣੀ ਔਰੰਗਜ਼ੇਬੀ ਤੇ ਸ਼ੱਕ ਵੀ ਹੋਣ ਲੱਗਾ। ਉਸਨੇ ਗੁਰੂ ਦੇ ਚਰਨਾਂ ਤੇ ਸ਼ੀਸ਼ ਨਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਆਪਣੇ ਮੱਥੇ ਹੱਥ ਮਾਰਦਿਆਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਤੱਕਿਆ ਅਤੇ ਮਹਿਸੂਸ ਕੀਤਾ ਜਿਵੇਂ ਸ਼ੀਸ਼ਾ ਉਸਦਾ ਮੂੰਹ ਚਿੜਾ ਰਿਹਾ ਹੋਵੇ। ਉਸਨੂੰ ਆਪਣਾ ਚਿਹਰਾ ਕਿਤੇ ਵੱਧ ਭਿਆਨਕ ਦਿਖਾਈ ਦੇਣ ਲੱਗਾ ਅਤੇ ਉਸਦਾ ਉਬੜ ਖਾਬੜ ਮੱਥਾ ਆਨੰਦਪੁਰ ਦੀਆਂ ਉੱਚੀਆਂ ਨੀਵੀਆਂ ਪਹਾੜੀਆਂ ਦੀ ਯਾਦ ਕਰਾ ਰਿਹਾ ਸੀ। ਆਨੰਦਪੁਰ ਨੂੰ ਪਾਇਆ 6 ਮਹੀਨਿਆਂ ਤੋਂ ਵੱਡਾ ਘੇਰਾ ਯਾਦ ਆਇਆ। ਉਸਨੂੰ ਸ਼ਰਮਿੰਦਗੀ ਮਹਿਸੂਸ ਹੋਈ। ਪਹਾੜੀ ਰਾਜਿਆਂ ਨਾਲ ਦੋਸਤੀ ਦਾ ਚੇਤਾ ਆਇਆ। ਬੁੱਤ ਪ੍ਰਸਤਾਂ ਨਾਲ ਕੀਤੀ ਸੰਧੀ ਨੇ ਉਸਨੂੰ ਹਲੂਣ ਕੇ ਰੱਖ ਦਿੱਤਾ। ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਦਾ ਵੀ ਦੋਸ਼ੀ ਮੰਨਣ ਲੱਗਾ। ਉਹਨੇ ਸੋਚਿਆ, ਹੁਣ ਤਾਂ ਪੱਕਾ ਉਹ ਦੋਜ਼ਖ ਵਾਸੀ ਹੀ ਬਣੇਗਾ। ਦੁਨੀਆ ਦੀ ਕੋਈ ਤਾਕਤ ਮੈਨੂੰ ਦੋਜ਼ਖ ਵਿੱਚ ਸੜਨ ਤੋਂ ਨਹੀਂ ਬਚਾ ਸਕਦੀ। ਬੁੱਤ ਪ੍ਰਸਤਾਂ ਨਾਲ ਸੰਧੀ ਤੇ ਬੁੱਤ ਸ਼ਿਕਨਾ ਨਾਲ ਮੱਥਾ। ਉਹ ਅੱਲਾਹ ਤਾਲਾ, ਮੈਨੂੰ ਕੀ ਹੋ ਗਿਆ ਸੀ, ਮੈਨੂੰ ਮੁਆਫ ਕਰ। ਉਸਨੇ ਜ਼ੋਰ ਨਾਲ ਕੰਧ ਤੇ ਬੁੱਤ ਪ੍ਰਸਤਾਂ ਨਾਲ ਸੰਧੀ ਤੇ ਬੁੱਤ ਸ਼ਿਕਨਾ ਨਾਲ ਮੱਥਾ। ਉਹ ਅੱਲਾਹ ਤਾਲਾ, ਮੈਨੂੰ ਕੀ ਹੋ ਗਿਆ ਸੀ। ਉਹ ਜ਼ੋਰ ਨਾਲ ਕੰਧ ਤੇ ਮੱਥਾ ਮਾਰਿਆ। ਇੱਕ ਗਰਮ ਤਤੀਰੀ ਉਸਦੇ ਪੈਰਾਂ ਤੇ ਵੱਜੀ। ਉਹ ਤ੍ਰਿਭਕ ਪਿਆ। ਉਸਨੂੰ ਆਪਣਾ ਖੂਨ ਕਾਲਾ ਸਿਆਹ ਜਾਪਿਆ। ਦੁਬਾਰਾ ਕੰਧ ਤੇ ਮੱਥਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਹਿੰਮਤ ਨਾ ਪਈ। ਉਸਨੂੰ ਲੱਗਿਆ ਸ਼ਾਇਦ ਸਾਹਿਬਜ਼ਾਦੇ ਕਿਤੇ ਆਸ-ਪਾਸ ਹੋਣ ਤੇ ਉਸਦੀ ਹਾਲਾਤ ਤੇ ਹੱਸ ਰਹੇ ਹੋਣ। ਸ਼ੀਸ਼ਾ ਜੜੀ ਦੀਵਾਰ ਵਿੱਚੋਂ ਉਹ ਫਤਿਹ ਦਾ ਜੈਕਾਰਾ ਗਜਾਉਂਦੇ ਸਾਹਮਣੇ ਪ੍ਰਤੱਖ ਨਜ਼ਰ ਆ ਗਏ। ਫੁੱਲਾਂ ਵਾਂਗ ਲਟਕਦੇ ਚਿਹਰੇ, ਜਿਵੇਂ ਇਸ ਦਾ ਥੋਬੜ ਚਿਹਰੇ ਦਾ ਮਜ਼ਾਕ ਉਡਾ ਰਹੇ ਹੋਣ। ਉਸਨੇ ਛੇਤੀ ਨਾਲ ਆਪਣਾ ਚਿਹਰਾ ਦੋਨਾਂ ਹੱਥਾਂ ਵਿੱਚ ਲਕੋ ਲਿਆ। ਦੋਨੇ ਹੱਥ ਖੂਨ ਨਾਲ ਲੱਥ-ਪੱਥ ਹੋਏ ਸੀ। ਉਹ ਦੁਬਾਰਾ ਤ੍ਰਿਭਕ ਗਿਆ। ਉਹਦੇ ਹੱਥ ਮਜ਼ਲੂਮਾਂ ਦੇ ਖੂਨ ਨਾਲ ਰੰਗੇ ਹੋਏ ਸੀ। ਉਸਨੂੰ ਮਹਿਲ ਦੇ ਕਿਸੇ ਨੁਕਰੋਂ ਬੋਲੇ ਸੋ ਨਿਹਾਲ ਦੇ ਨਾਰੇ ਸੁਣਾਈ ਦੇਣ ਲੱਗੇ। ਉਹ ਦੌੜ ਕੇ ਰੋਸ਼ਨਦਾਨ ਤੋਂ ਹੇਠਾਂ ਦੇਖਣ ਲੱਗ ਪਿਆ। ਦੂਰ ਤੱਕ ਸੁੰਨਸਾਨ ਰਾਤ ਸੀ, ਜਿਵੇਂ ਉਸਨੂੰ ਲਿਗਣਨ ਲਈ ਕਾਹਲੀ ਹੋਵੇ। ਉਹ ਛੇਤੀ ਨਾਲ ਹੇਠਾਂ ਉਤਰ ਆਇਆ। ਉਸਨੂੰ ਅਜੇ ਵੀ 1.25 ਲੱਖ ਨਾਲ ਇੱਕ ਸਿੱਖ ਲੜਦਾ ਨਜ਼ਰ ਆ ਰਿਹਾ ਸੀ। ਚਮਕੌਰ ਦੀ ਗੜੀ ਚੇਤੇ
ਆ ਗਈ। ਇੱਕ ਪਾਸੇ ਗਿਣਤੀ ਦੇ ਭੁੱਖੇ ਪਾਣੇ 40 ਸਿੱਖ ਤੇ ਦੂਜੇ ਪਾਸੇ 10 ਲੱਖ ਦੀ ਫੌਜ। ਉਸ ਨੂੰ ਲੱਗਿਆ ਜਿਵੇਂ ਇੱਕ ਇੱਕ ਸਿੱਖ ਕਿਲੇ ਨੂੰ ਢਾਹ ਕੇ ਉਸਦੇ ਵਜੂਦ ਵਿੱਚ ਦਾਖਲ ਹੋ ਰਿਹਾ ਹੋਵੇ। ਉਹ ਜ਼ਖਮੀ ਸੱਪ ਦੀ ਤਰ੍ਹਾਂ ਪਲਸੇਟੇ ਮਾਰਨ ਲੱਗਾ। ਸਾਹਮਣੇ ਤਖਤਪੋਸ਼ ਤੇ ਗੁਰੂ ਗੋਬਿੰਦ ਸਿੰਘ ਦਾ ਖੱਤ ਵਿੱਚ ਲਿਖੀ ਉਹ ਸਤਰ ਯਾਦ ਆਉਣ ਲੱਗੀ। ਕੀ ਹੋਇਆ ਜੇ ਤੂੰ ਮੇਰੇ 4 ਸਾਹਿਬਜ਼ਾਦੇ ਮਾਰ ਦਿੱਤੇ? ਕੁੰਡਲੀ ਵਾਲਾ ਸੱਪ ਹਜੇ ਵੀ ਬਾਕੀ ਹੈ। ਉਸਨੂੰ ਲੱਗਾ ਹੁਣੇ ਹੀ ਕੁੰਡਲੀ ਵਾਲਾ ਸੱਪ ਉਸਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ, ਉਸਨੂੰ ਡੰਗ ਮਾਰੇਗਾ ਤੇ ਫਿਰ ਜ਼ਫਰਨਾਮਾ ਸੱਚਮੁੱਚ ਉਸਦੀ ਮੌਤ ਦਾ ਪੈਗਾਮ ਹੋਵੇਗਾ। ਉਸਦੀ ਚੀਕ ਨਿਕਲ ਗਈ ਅਤੇ ਉਹ ਭੈਭੀਤ ਹੋ ਗਿਆ। ਉੱਥੇ ਹਾਜ਼ਰ ਚੌਬਦਾਰ ਬਾਦਸ਼ਾਹ ਦੀ ਮੰਦੀ ਹਾਲਤ ਦੇਖ ਕੇ ਚਿੰਤਾਜਨਕ ਹੋ ਗਏ। ਉਹਨਾਂ ਨੇ ਵੈਦ ਹਕੀਮ ਬੁਲਾਏ, ਮੱਥੇ ਤੇ ਮਲਮ ਲਗਾਈ, ਜਿਸਨੇ ਬਲਦੀ ਅੱਗ ਤੇ ਘਿਓ ਦਾ ਕੰਮ ਕੀਤਾ। ਬਾਦਸ਼ਾਹ ਦਾ ਗੁੱਸਾ ਆਸਮਾਨ ਪਾੜਨ ਲੱਗਾ। ਹਕੀਮ ਤੇ ਚੌਬਦਾਰ ਬਾਹਰ ਹੋ ਗਏ, ਦਰਵਾਜ਼ਾ ਬੰਦ ਹੋ ਗਿਆ। ਬਾਦਸ਼ਾਹ ਨੂੰ ਬੋਲੇ ਸੋ ਨਿਹਾਲ ਦੇ ਨਾਰੇ ਤੇ ਘੋੜਿਆਂ ਦੇ ਸੁਮਾਂ ਦੀ ਆਵਾਜ਼ ਜੋ ਹੋਰ ਨੇੜੇ ਆ ਜਾ ਰਹੀ ਸੀ, ਉਸਨੂੰ ਜਾਪਿਆ ਜਿਵੇਂ ਘੋੜੇ ਤੇ ਸੁੰਮ ਤਾੜ ਉਸਦੀ ਛਾਤੀ ਤੇ ਚੜ ਗਏ ਹੋਣ। ਉਹ ਦੌੜ ਕੇ ਰੋਸ਼ਨਦਾਨ ਕੋਲ ਆ ਗਿਆ। ਉਸਨੂੰ ਲੱਗਿਆ ਸਿੰਘ ਹੱਥ ਵਿੱਚ ਤੇਗ ਤੇ ਨੇਜੇ ਫੜੀ ਚਾਂਦਨੀ ਚੌਂਕ ਵੱਲ ਵਧ ਰਹੇ ਹੋਣ। ਅਚਾਨਕ ਉਸਦੀ ਅੱਖਾਂ ਦੀ ਲੋ ਤੇਜ਼ ਹੋ ਗਈ। ਉਸਨੂੰ ਲੱਗਾ ਕਿ ਨੀਲੇ ਘੋੜੇ ਤੇ ਅਸਵਾਰ ਕਲਗੀਆਂ ਵਾਲੇ ਖੁਦ ਸਿੰਘਾਂ ਦੀ ਅਗਵਾਈ ਕਰ ਰਹੇ ਹੋਣ। ਉਸਨੇ ਆਪਣਾ ਮਨ ਬਣਾਇਆ, ਉਹ ਤੇਗ ਨਹੀਂ ਚੁੱਕੇਗਾ, ਉਹ ਇਤਿਹਾਸ ਨਹੀਂ ਦੁਹਰਾਏਗਾ, ਉਹ ਇਸ ਦਰਵੇਸ਼ ਦੇ ਕਦਮਾਂ ਤੇ ਢਹਿ ਕੇ ਆਪਣੇ ਗੁਨਾਹਾਂ ਤੋਂ ਤੌਬਾ ਕਰ ਲਵੇਗਾ। ਉਹ ਉਹਨਾਂ ਦੇ ਖਤ ਨੂੰ ਸੋਨੇ ਚਾਂਦੀ ਵਿੱਚ ਮੜਾਏਗਾ ਜਿਸਨੇ ਸੁੱਤੀ ਉਸਦੀ ਰੂਹ ਦੁਬਾਰਾ ਜਗਾ ਦਿੱਤੀ। ਉਹ ਵਾਰੀ-ਵਾਰੀ ਖਤ ਨੂੰ ਚੁੰਮ ਰਿਹਾ ਸੀ। ਉਸਦੀਆਂ ਅੱਖਾਂ ਵਿੱਚੋਂ ਪਰਲ ਨੀਰ ਬਹਿ ਰਿਹਾ ਸੀ। ਉਹ ਦੁਬਾਰਾ ਸੇਜ ਤੇ ਆ ਟਿਕਿਆ। ਉਹਨੇ ਖਤ ਨੂੰ ਪਲਕਾਂ ਤੇ ਟਿਕਾ ਲਿਆ। ਉਸਨੂੰ ਡਾਢਾ ਸਕੂਨ ਮਿਲ ਰਿਹਾ ਸੀ। ਪੌ ਫੁਟਾਲਾ ਹੋਣ ਲੱਗਾ। ਚਿੜੀਆਂ ਦੇ ਚੂਕਣ ਦੀ ਆਵਾਜ਼ ਆਈ। ਔਰੰਗਜ਼ੇਬ ਬੜੀ ਗੂੜੀ ਨੀਂਦ ਵਿੱਚ ਸੀ, ਜਿਵੇਂ ਕਈ ਜਨਮਾਂ ਤੋਂ ਸੁੱਤਾ ਹੀ ਨਾ ਹੋਵੇ। ਜ਼ਫਰਨਾਮਾ ਪੜ੍ਹਨ ਤੋਂ ਬਾਅਦ ਹੀ ਉਸਨੇ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਵੀ ਰਹਿਣ, ਜੋ ਵੀ ਕਰਨ, ਉਸਦੀ ਕੋਈ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੇਨਤੀ ਕੀਤੀ, ਜੋ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਈ। ਪਰ ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਹੀ ਔਰੰਗਜ਼ੇਬ ਦੀ ਮੌਤ ਹੋ ਗਈ। ਔਰੰਗਜ਼ੇਬ ਨੇ ਆਖਿਆ ਸੀ, ਮੈਂ ਬਹੁਤ ਪਾਪੀ ਬਾਦਸ਼ਾਹ ਹਾਂ, ਮੇਰੀ ਕਬਰ ਬਹੁਤ ਸਾਦੀ ਬਣਾਈ ਜਾਵੇ, ਨਾ ਹੀ ਮੇਰੀ ਕਬਰ ਲਾਗੇ ਕੋਈ ਰੁੱਖ ਹੋਵੇ, ਕਿਉਂਕਿ ਮੇਰੇ ਵਰਗੇ ਪਾਪੀ ਦੀ ਕਬਰ ਨੂੰ ਛਾਂ ਵੀ ਨਸੀਬ ਨਹੀਂ ਹੋਣੀ ਚਾਹੀਦੀ। ਇਹ ਬਿਰਤਾਂਤ ਸਾਰੇ ਦਾ ਸਾਰਾ ਇੱਕ ਜੋ ਹੈ ਜ਼ਫਰਨਾਮੇ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਹਾਲਾਤ ਬਾਰੇ ਲਿਖਿਆ ਗਿਆ ਹੈ, ਜੋ ਮੈਂ ਕਿਸੇ ਲੇਖਕਾਰਾਂ ਦੀਆਂ ਲਿਖਤਾਂ ਚੋਂ ਦੇਖ ਕੇ ਕੁਝ ਇਸ ਤਰ੍ਹਾਂ ਕਰਨਾ। ਧੰਨਵਾਦ ਜੀ।